ਰੇ ਵਾਹਿ 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 ਰੇ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਜੋ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੀ, ਸੱਚੇ ਪਾਤਸ਼ਾਹ ਸਮਝਾਉਂਦੇ ਕਿ ਇਹ ਜੋ ਸਾਡਾ ਘਰ ਤਿਆਰ ਹੋਇਆ ਹੈ ਪਿੰਡ, ਇਹ ਸਰੀਰ ਦਸਾਂ ਦਵਾਰਾਂ ਦਾ, ਹੁਣ ਇੱਧਰ 9 ਦਰਾਂ ਦੇ ਵਿੱਚ ਇਹ ਚੋਰਾਂ ਦਾ ਵੱਸ ਹੈ। 10ਵਾਂ ਜੋ ਹੈ ਉਹ ਸਾਡੇ ਮਨ ਵਾਸਤੇ ਹੈ, ਉਹਨੂੰ ਥਿਰ ਕਰਨ ਨਿਜ ਮਹਿਲ 10ਵਾਂ ਦਵਾਰ ਸਹਿਜ ਗੁਫਾ ਗੁਰਦੁਆਰਾ ਕਹਿੰਦੇ। ਸਾਡੇ ਮਨ ਨੂੰ ਸਮਝਾਉਂਦੇ ਵੀ ਤੂੰ 10ਵੇਂ ਦਵਾਰ ਦੇ ਵਿੱਚ ਤੂੰ ਇਹਨਾਂ 9 ਦਰਾਂ ਤੋਂ ਉੱਪਰ ਉੱਠ, ਜੇ ਤੂੰ ਸੁੱਖ ਚਾਹੁੰਦਾ ਹੈ ਤੇ ਫਿਰ 10ਵੇਂ ਦੇ ਵਿੱਚ। ਹੁਣ 10ਵੇਂ ਘਰ ਜਾਣ ਵਾਸਤੇ, ਫਿਰ ਘਰ ਜਾਣ ਵਾਸਤੇ, ਨਿਜ ਮਹਿਲ ਜਾਣ ਵਾਸਤੇ ਇਹ ਆਪਸ ਸਿਮਰਨ ਅਭਿਆਸ ਕਰਦੇ ਹਾਂ ਅਤੇ ਨਾਲ ਨਾਲ ਗੁਰੂ ਦੀ ਮੱਤ ਅਸੀਂ ਧਾਰਨ ਕਰਦੇ, ਫਿਰ ਅਸੀਂ ਘਰ ਜਾ ਸਕਦੇ। ਪੂਰੇ ਗੁਰੂ ਤੋਂ ਬਿਨਾਂ ਸਾਨੂੰ ਇਹ ਭੇਦ ਨਹੀਂ ਆਉਂਦਾ ਮਹਿਲ। ਇਸ ਲਈ ਸਤਿਗੁਰੂ ਫਰਮਾਉਂਦੇ ਪੂਰੇ ਗੁਰ ਤੇ ਮਹਿਲ ਪਾਇਆ, ਪਤ ਪ੍ਰਗਟ ਲੋਈ, ਅਨਹਦ ਧੁਨੀ ਸਦ ਵਾਜਦੇ ਮਿਲਿਆ ਹਰ ਸੋਈ। ਬਈ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ ਫਿਰ ਸਾਨੂੰ ਮਹਿਲ ਦਾ ਪਤਾ ਲੱਗਦਾ ਵੀ ਉਹ ਮਹਿਲ ਕਿੱਥੇ। ਫਿਰ ਜਦੋਂ ਅਸੀਂ ਉਹ ਮਹਿਲ 'ਚ ਜਾਂਦੇ ਹਾਂ ਉੱਥੇ ਦਿਨ ਰਾਤ ਅਨਹਦ ਧੁਨਾਂ ਵੱਜਦੀਆਂ ਨੇ, ਉੱਥੇ ਸ਼ਬਦ ਗੁਰੂ ਹੈ।
ਇਸ ਵਾਸਤੇ ਉਸ ਨੂੰ ਗੁਰਦੁਆਰਾ ਕਹਿੰਦੇ ਵੀ ਗੁਰੂ ਦਾ ਦੁਆਰਾ, ਜਿੱਥੇ ਉਹ ਸ਼ਬਦ ਗੁਰੂ ਹੈ ਸਾਡੇ ਮਨਾਂ ਦਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਤੁਸੀਂ ਜੇ ਉਹ ਨਿੱਜ ਮਹਿਲ ਦੇ ਵਿੱਚ ਆ ਜਾਓਗੇ ਫਿਰ ਸਾਡਾ ਸੰਸਾਰ 'ਤੇ ਦੁਬਾਰਾ ਫੇਰਾ ਨਹੀਂ ਹੁੰਦਾ, ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਮਾਰੇ ਫਰਮਾਉਂਦੇ ਨਿੱਜ ਘਰ ਮਹਿਲ ਆਵੋ ਸੁਖ ਸਹਿਜੇ ਬੌਰ ਨਾ ਹੋਈ ਗੋ ਫੀਰ। ਬਈ ਤੁਸੀਂ ਜੇ ਨਿੱਜ ਮਹਿਲ 'ਚ ਆ ਜਾਓਗੇ ਦੁਬਾਰਾ ਨਹੀਂ ਤੁਹਾਨੂੰ ਵਾਪਸ ਭੇਜਾਂਗੇ। ਹੁਣ ਉਹ ਨਿੱਜ ਮਹਿਲ ਦੇ ਵਿੱਚ ਜਾਣ ਵਾਸਤੇ ਹੀ ਇਹ ਆਪਾਂ ਨੂੰ ਫਿਰ ਸਿਮਰਨ ਕਰਨਾ ਪੈਂਦਾ, ਸਾਨੂੰ ਭਗਤੀ ਕਰਨੀ ਪੈਂਦੀ, ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ ਵੀ ਅਸੀਂ ਘਰ ਚਲੇ ਜਾਈਏ। ਜੇ ਅਸੀਂ ਘਰ ਨਹੀਂ ਜਾਵਾਂਗੇ ਫਿਰ ਅਸੀਂ ਫੇਰੇ 'ਤੇ ਰਵਾਂਗੇ, ਸਾਡਾ ਆਵਾਗਾਉਣ ਜਿਹੜਾ ਇਹ ਖਤਮ ਨਹੀਂ ਹੋਏਗਾ। ਅਸੀਂ ਮੁੜ ਮੁੜ ਕੇ ਵਾਪਸ ਫੇਰ ਘਰਾਂ ਦੇ ਵਿੱਚ ਆਉਂਦੇ ਜਾਂਦੇ ਰਹਾਂਗੇ। ਹੁਣ ਇਹ ਵਾਰੀ ਸਾਨੂੰ, ਹੁਣ ਇਹ ਮੌਕਾ ਹੈ ਵੀ ਅਸੀਂ ਉਹ ਘਰ ਦੀ ਪਹਿਚਾਣ ਕਰ ਸਕਦੇ। 10ਵੇਂ ਦਵਾਰ ਦੀ ਹੁਣ ਅਸੀਂ ਪਹਿਚਾਣ ਕਰ ਸਕਦੇ। ਭਾਈਆਂ ਸਤਿਗੁਰੂ ਸਾਨੂੰ ਕਹਿੰਦੇ ਵੀ ਇਹ ਤੁਹਾਡਾ ਅਸਲੀ ਡੇਰਾ ਨਹੀਂ ਹੈ। ਇਹ ਸਰੀਰ ਨੂੰ ਘਰ ਕਹਿੰਦੇ ਤੇ ਘਰ ਨੂੰ ਹੀ ਡੇਰਾ ਵੀ ਕਹਿੰਦੇ ਵੀ ਇਹ ਤੁਹਾਡਾ ਅਸਲ ਡੇਰਾ ਨਹੀਂ ਹੈ। ਹੁਣ ਤੁਸੀਂ ਗੁਰੂ ਦੇ ਸ਼ਬਦ ਦੁਆਰਾ ਆਪਦੇ ਅਸਲੀ ਡੇਰੇ ਦੀ ਪਹਿਚਾਣ ਕਰੋ। ਮਾਰੇ ਫਰਮਾਉਂਦੇ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਣ, ਉਹਾਂ ਡੇਰਾ ਕੇ ਸੰਜਮੋਂ ਗੁਰ ਕੀ ਸ਼ਬਦ ਪਛਾਣ। ਬਈ ਹੁਣ ਅਸੀਂ ਗੁਰੂ ਦੇ ਸ਼ਬਦ ਦੁਆਰਾ ਆਪਣੇ ਅਸਲ ਘਰ ਦੀ, ਅਸਲ ਡੇਰੇ ਦੀ ਪਹਿਚਾਣ ਕਰ। ਜੇ ਤਾਂ ਅਸੀਂ ਪਹਿਚਾਣ ਕਰ ਲਾਂਗੇ ਤੇ ਸਾਨੂੰ ਭੇਦ ਆ ਜਾਏਗਾ ਆਪਦੇ ਘਰ ਦਾ, ਅਸੀਂ ਉੱਥੇ ਵਾਸਾ ਕਰ ਲਾਂਗੇ। ਜਦੋਂ ਅਸੀਂ ਆਪਦੇ ਘਰ ਵਾਸਾ ਕਰ ਲਿਆ, ਇਹ ਬੇਗਾਨਾ ਘਰ ਹੈ, ਜਦੋਂ ਮਰਜ਼ੀ ਸਾਤੋਂ ਖਾਲੀ ਕਰਾ ਲੈਣ, ਅਸੀਂ ਛੱਡ ਜਾਵਾਂਗੇ, ਖਾਲੀ ਕਰਕੇ ਆਪਦੇ ਘਰ ਜਾ ਬੈਠਾਂਗੇ। ਜੇ ਹੁਣ ਅਸੀਂ ਆਪਦਾ ਘਰ ਦੇਖਿਆ ਨਹੀਂ, ਇਹ ਘਰ ਜਿਹੜਾ ਇਹ ਖਾਲੀ ਕਰਨਾ ਹੀ ਕਰਨਾ ਅਸੀਂ, ਇਹ ਤਾਂ ਇੱਕ ਦਿਨ ਸਾਨੂੰ ਛੱਡਣਾ ਹੀ ਪੈਣਾ। ਇਹ ਤੋਂ ਛੱਡੇ ਤੋਂ ਬਿਨਾਂ ਕੋਈ ਰਹਿ ਨਹੀਂ ਸਕਦਾ, ਸਭ ਨੂੰ ਜਾਣਾ ਪੈਂਦਾ ਇਹਨੂੰ ਛੱਡ ਕੇ। ਇਸ ਲਈ ਮਹਾਰਾਜ ਸਾਨੂੰ ਕਹਿੰਦੇ ਵੀ ਇਹਨੂੰ ਮਿਥਿਆ ਸਮਝ, ਵੀ ਜੋ ਇਹਦੇ ਅੰਦਰ ਰਾਮ ਵਸਦਾ ਹੈ ਉਹਦੀ ਪਹਿਚਾਣ ਕਰੋ, ਆਪਦੇ ਅਸਲ ਘਰ ਦੀ ਪਹਿਚਾਣ ਕਰੋ। ਇਹਨੂੰ ਮਿਥਿਆ ਸਮਝੋ, ਇਹਨੇ ਇੱਕ ਦਿਨ ਢਹਿ ਜਾਣਾ, ਇਹਨੇ ਨਾਸ ਹੋ ਜਾਣਾ। ਮਾਰੇ ਫਰਮਾਉਂਦੇ ਸਾਧੋ ਇਹ ਤਨ ਮਿਥਿਆ ਜਾਣੋ, ਜਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਹਿਚਾਣੋ। ਵੀ ਉਹਦੀ ਪਹਿਚਾਣ ਕਰੋ। ਸਾਨੂੰ ਦੱਸ ਦਿੱਤਾ ਸਾਡੇ ਅੰਦਰ ਰਾਮ ਵਸਦਾ, ਸਾਡੇ ਅੰਦਰ ਮਾਲਕ ਵਸਦੇ, ਉਹ ਕਿੱਥੇ ਵਸਦੇ ਉਹਦੀ ਪਹਿਚਾਣ ਕਰ। ਹੁਣ ਆਪਣੇ ਅੰਦਰ ਉਹ ਨਿੱਜ ਮਹਿਲ ਦੇ ਵਿੱਚ ਸਹਿਜ ਗੁਫਾ ਦੇ ਵਿੱਚ ਸਮਾਧੀ ਲਾ ਕੇ ਬੈਠੀ। ਜਿਹੜੇ ਵੀ ਗੁਰਮੁਖ ਉੱਥੇ ਜਾਂਦੇ, ਸਹਿਜ ਗੁਫਾ ਦੇ ਵਿੱਚ ਗੁਰਦੁਆਰੇ 'ਚ ਜਾਂਦੇ, ਮਾਲਕ ਉਹਨਾਂ ਦੇ ਨਾਲ ਵਿਚਾਰਾਂ ਕਰਦਾ, ਉਹਨਾਂ ਦੇ ਨਾਲ ਗੋਸ਼ਟ ਕਰਦਾ। ਸਾਨੂੰ ਕਹਿੰਦੇ ਵੀ ਜੇ ਤੁਸੀਂ ਵੀ ਕੋਈ ਵਾਹਿਗੁਰੂ ਨਾਲ ਗੱਲ ਕਰਨੀ ਚਾਹੁੰਦੇ ਹੋ ਤੇ ਤੁਸੀਂ ਵੀ ਉੱਥੇ ਘਰ ਜਾ ਕੇ ਤੁਸੀਂ ਵੀ ਵਿਚਾਰ ਕਰ ਸਕਦੇ। ਮਾਰੇ ਫਰਮਾਉਂਦੇ ਸੁਨ ਸਮਾਧ ਗੁਫਾ ਤੇ ਆਸਨ, ਕੇਵਲ ਬ੍ਰਹਮ ਪੂਰਨ ਤਹਿ ਵਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੇ ਹਰਖ ਨ ਸੋਗ ਜਨਮ ਨਹਿ ਮਰਤ। ਬਈ ਉੱਥੇ ਹਰਖ ਸੋਗ, ਉੱਥੇ ਖੁਸ਼ੀ ਗਮੀ ਨਹੀਂ, ਉੱਥੇ ਜਨਮ ਮਰਨ ਨਹੀਂ ਹੁੰਦਾ। ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਹੁਣ ਗੁਰਮੁਖਾਂ ਨੇ ਦੱਸਿਆ ਵੀ
इधर सब तो वड्डा जिहड़ा रोग साडे मन नूं ये जन्म मरण दा लग्गिया जिहड़ा असीं वार-वार जम्मदे मरदे। गुरमुखां ने वो घर लभ लिया जिथे ना जन्म है ना मौत है ते ना उत्थे जरा उत्थे बड़ेपा नहीं आउंदा। ये संसार च तां आपां देखदे ना इत्थे बड़ेपा आ जांदा साडे ते बड़ेपा भी रोग है। जिउं-जिउं बड़ेपा आउंदा शरीर नूं रोग वधदे जांदे। गुरमुखां ने वो घर लभ लिया जिथे ना मौत आवे सानू, ना साडा जन्म होवे ते ना सानू जरा बड़ेपा आवे उत्थे। मारे फरमाउंदे नानक बद्धा घर ताहां जिथे मिरत न जन्म जरा। बई जिथे ना जन्म ना मौत ना जरा ना बड़ेपा उत्थे वो घर लभ लिया गुरमुखां नूं। और आपां नूं कहिंदे भी जे असीं भी वो घर लभ लांगे ते आपां भी रहत हो जांगे जन्म मरण च। और वो घर की पहचान सानू गुरबाणी गुरु विच दसी गई। गुरु साहिबानां ने, भगतां ने, संतां ने, साधुआं ने सानू वो घर की जानकारी दिती, घर का भेद दिता ते सानू दसिया भी तुसीं भी घर आवो जे तुसीं सुख लैना। इधर संसार दे विच बगाने घर च सुख नहीं है, इधर दुख ही दुख ने। इधर तो आपां देख ही लिया संसार च, इत्थे दुख ही दुख अज्ञानता दे विच। सानू कहिंदे जे तुसीं सुख लैना, सदा सुखी होना, फिर तुसीं दुखां दे घर नूं छड्ड के आपदे घर आ जाओ। सतगुरु फरमान करदे दुख पर हर सुख घर ले जाए। बई तुसीं ये दुखां दे घर नूं छड्ड दो ते आपदे घर आ जाओ जे सुख लैना। हुण असीं ये दुखां दे घर नूं छड्डीए किवें? क्योंकि साडा मन आदी हो गया इधर दुखां दे घर च रहण दा। दुखां नूं फड़न दा असीं दुख आप ही पैदा कर लैंदे। सो आपां नूं फिर दसदे भी इहनूं छड्डण वास्ते सानू गुरु की मत लैनी पैंदी। जदों सानू ज्ञान हुंदा, जदों सानू सोझी आउंदी, फिर सानू पता लगदा भी इधर दुख है। नहीं तो असीं दुखां नूं ही सुख समझी बैठे, दुखां नूं ही असीं सुख समझ समझ के मंगदे हां, दिन रात भज्जे फिरदे हां भी सानू सुख मिलेगा। वो सुख मिलदा है कोई नहीं है, क्योंकि जे होवे ताइयों मिले। साडी जिन्नी भी भज दौड़ संसार दी ये सब दुखां लई। असीं दुख ही इकट्ठे करदे हां, दुखां वास्ते भज्जे फिरदे हां। आपदे जाने सानू भरम पिया भी असीं सुख मंगदे हां ते वो सुख मिलदा है कोई नहीं, वो मिलदा दुख ही है। ताइयों सतगुरु कहिंदे भी ओहो जिहा सुख जीवां दा मंगिया होया वो गुरु नूं सतगुरु नूं भाउंदा नहीं है। बई जिन्हों असीं सुख समझ समझ के मंगदे हां ते वो मिलदा सानू दुख ही है। सतगुरु फरमाउंदे सुख मांगत दुख आगे आवे, सो सुख हमू ना मांगिया भावे। बई संसारी जीवां दा इहो जिहा मंगिया होया सुख सतगुरु कहिंदे सानू भाउंदा ही नहीं। बई जिन्हों असीं सुख समझ के मंग रहे हैं उहिओ साडे लई दुख दा कारण बन जांदा। इस वास्ते फिर सानू दसदे बई जद तक असीं गुरु की मत नहीं लवांगे, सानू ये ब्रह्म का ज्ञान नहीं होएगा, असीं हर एक चीज़ नूं दुखां दे विच बदल दिंदे। जिहड़ी चीज़ भी साडे कोल आ गई उहदे नाल ही असीं दुख पैदा कर लैंदे। ताइयों आपां नूं समझाउंदे भी थोड़ा जिहा पिछे झाती मारो आपदे जीवन दे विच, जिहड़ा बीत गया उहदे बारे विचार करो, सोचो। बई जिन्हों असीं सुख समझ समझ के मंगे आ कि सानू उहदे नाल सुख मिले,
ਅਤੇ ਉਹ ਜਦੋਂ ਆਪਾਂ ਜੀਵਨ 'ਚ ਝਾਤੀ ਮਾਰਦੇ ਹਾਂ ਆਪਦੇ, ਪਰ ਉਹ ਝਾਤੀ ਵੀ ਅਸੀਂ ਤਾਂ ਮਾਰਦੇ ਹਾਂ ਜੇ ਅਸੀਂ ਸਿਮਰਨ ਕਰਾਂਗੇ, ਫਿਰ ਪਤਾ ਲੱਗਦਾ, ਨਹੀਂ ਪਤਾ ਲੱਗਦਾ ਜੀਵਨ, ਨਹੀਂ ਤਾਂ ਉਹਦੇ ਇੰਨੇ ਵੀ ਨਹੀਂ ਵਿਚਾਰ ਰੁਕਦੇ ਵੀ ਉਹ ਇੰਨਾ ਵੀ ਸੋਚ ਸਕੇ, ਕਿਉਂਕਿ ਲਗਾਤਾਰ ਉਹਦੇ ਵਿਚਾਰ ਫੁਰਨੇ ਚੱਲੀ ਜਾਂਦੇ, ਉਹ ਆਪਣੇ ਆਪੇ ਬਾਰੇ ਵਿਚਾਰਨ ਦਾ ਉਹਨੂੰ ਮੌਕਾ ਹੀ ਨਹੀਂ ਮਿਲਦਾ, ਸਮਾਂ ਹੀ ਨਹੀਂ ਮਿਲਦਾ। ਜੇ ਕਿਤੇ 1-2 ਮਿੰਟ ਵਿਚਾਰ ਰੁਕਣ ਅਤੇ ਫਿਰ ਹੀ ਉਹ ਆਪਦੇ ਬਾਰੇ ਸੋਚੇ, ਕੁਝ ਗਹਿਰਾਈ ਵਿੱਚ ਜਾਵੇ, ਅੰਤਰਮੁਖੀ ਹੋਵੇ। ਪਰ ਜੀਵਾਂ ਦੇ ਵਿਚਾਰ 1 ਮਿੰਟ ਵੀ ਨਹੀਂ ਰੁਕਦੇ, ਭੱਜਿਆ ਹੀ ਫਿਰਦਾ ਮਨ ਵਿਚਾਰਾਂ 'ਚ, ਫੁਰਨਿਆਂ 'ਚ। ਉਹ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਸਤਿਗੁਰੂ ਬਈ ਜਿਹਨੂੰ ਅਸੀਂ ਸੁੱਖ ਸਮਝ ਕੇ ਮੰਗਦੇ ਹਾਂ ਉਹੀਓ ਸਾਡੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਹੈ, ਜੇ ਅਸੀਂ ਗੁਰੂ ਦੀ ਮੱਤ ਨਹੀਂ ਲਈ। ਤਾਈਆਂ ਮਾਰੇ ਕਹਿੰਦੇ ਮੰਗਦੇ ਸਭ ਹੀ ਸੁੱਖ ਨੇ, ਕੋਈ ਵੀ ਦੁੱਖ ਨਹੀਂ ਮੰਗਦਾ। ਜਿੱਥੇ ਵੀ ਜੀਵ ਜਾਂਦਾ ਹੈ ਸੁੱਖ ਮੰਗਣ ਵਾਸਤੇ ਹੀ ਜਾਂਦਾ, ਗੁਰੂ ਘਰ ਆਉਂਦਾ ਇੱਥੇ ਆ ਕੇ ਸੁੱਖ ਮੰਗਦਾ, ਮਹਾਰਾਜ ਸੁੱਖ ਦਿਓ। ਹੋਰ ਕਿਤੇ ਜਾਂਦਾ ਜਿੱਥੇ ਵੀ ਉੱਥੇ ਹੀ ਸੁੱਖ ਮੰਗਦਾ। ਹੁਣ ਸਤਿਗੁਰੂ ਕਹਿੰਦੇ ਮੰਗਦੇ ਤਾਂ ਸਾਰੇ ਸੁੱਖ ਨੇ, ਕੋਈ ਦੁੱਖ ਤਾਂ ਮੰਗਦਾ ਹੀ ਨਹੀਂ। ਪਰ ਜੀਵ ਨੂੰ ਇਹ ਨਹੀਂ ਪਤਾ ਵੀ ਜਿਹਨੂੰ ਮੈਂ ਸੁੱਖ ਸਮਝ ਕੇ ਮੰਗ ਰਿਹਾ ਉਹ ਨਾਲ ਹੀ ਦੁੱਖ ਖੜਾ ਹੈ, ਜੇ ਅਸੀਂ ਗੁਰੂ ਦੀ ਮੱਤ ਨਹੀਂ ਲਈ। ਸਤਿਗੁਰੂ ਫਰਮਾਉਂਦੇ ਸੁਖ ਕੋ ਮੰਗੇ ਸਭ ਕੋਈ, ਦੁੱਖ ਨਾ ਮੰਗੇ ਕੋਈ। ਸੁਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਈ। ਬਈ ਮਨਮੁਖ ਜੀਵ ਨੂੰ ਇਹ ਸੋਝੀ ਨਹੀਂ, ਉਹਨੂੰ ਭੇਤ ਨਹੀਂ ਹੈ, ਉਹਨੇ ਬੁੱਝਿਆ ਜਾਣਿਆ ਨਹੀਂ। ਬਈ ਜਿਹਨੂੰ ਮੈਂ ਸੁੱਖ ਸਮਝ ਕੇ ਮੰਗ ਰਿਹਾ ਉਹੀਓ ਮੇਰੇ ਲਈ ਦੁੱਖ ਦਾ ਕਾਰਨ ਬਣ ਜਾਏਗਾ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਸੁਖੀ ਹੋਣ ਵਾਸਤੇ ਸਾਨੂੰ ਇਹ ਗਿਆਨ ਹੋਣਾ ਜ਼ਰੂਰੀ ਹੈ, ਗੁਰੂ ਦੀ ਮੱਤ ਲੈਣੀ ਜ਼ਰੂਰੀ ਹੈ। ਜੇ ਅਸੀਂ ਗੁਰੂ ਦੀ ਮੱਤ ਲਵਾਂਗੇ ਅਤੇ ਫਿਰ ਅਸੀਂ ਸੁਖੀ ਹੋ ਸਕਦੇ, ਨਹੀਂ ਤਾਂ ਜੀਵ ਸੰਸਾਰ 'ਚ ਸੁਖੀ ਹੋ ਨਹੀਂ ਸਕਦਾ। ਆਪਣੀ ਮੱਤ ਦੁਆਰਾ, ਆਪਣੀ ਸਿਆਣਪ ਦੁਆਰਾ, ਆਪਦੀ ਚਤਰਾਈ ਦੁਆਰਾ ਨਾ ਤਾਂ ਕਿਸੇ ਨੂੰ ਸੁੱਖ ਮਿਲਿਆ ਕਦੇ, ਅਤੇ ਨਾ ਹੀ ਕਦੇ ਅੱਗੇ ਸੁੱਖ ਮਿਲੇਗਾ। ਜਿਹਨੇ ਵੀ ਸੁੱਖ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਨੇ ਗੁਰੂ ਦੀ ਮੱਤ ਲੈ ਕੇ ਕੀਤੀ। ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਦੁਆਰਾ ਅਭਿਆਸ ਕੀਤਾ, ਸਿਮਰਨ ਕੀਤਾ, ਅਤੇ ਫਿਰ ਉਹਨਾਂ ਦਾ ਮਨ ਸੁਖੀ ਹੋਇਆ। ਮਾਰੇ ਫਰਮਾਉਂਦੇ ਸਿਮਰ 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 ਸੁੱਖ ਪਾਇਆ। ਬਈ ਸਿਮਰਨ ਕੀਤਾ ਅਤੇ ਫਿਰ ਸੁੱਖ ਦੀ ਪ੍ਰਾਪਤੀ ਹੋਈ। ਸੋ ਆਪਾਂ ਨੂੰ ਹੁਣ ਸਮਝਾਉਂਦੇ ਵੀ ਸਾਰਾ ਜਗਤ ਹੈ ਜਿਹੜਾ ਸੁੱਖ ਸਭ ਹੀ ਮੰਗਦੇ, ਕੋਈ ਵੀ ਦੁੱਖ ਨਹੀਂ ਮੰਗਦਾ। ਮਹਾਰਾਜ ਕਹਿੰਦੇ ਜੀਵ ਅਸੀਂ ਐਸੀ ਜਵਾਰੀ ਦੇਖੇ ਨੇ ਵੀ ਮੰਗਦੇ ਸਾਰੇ ਸੁੱਖ ਨੇ, ਪਰ ਨਾਮ ਤੋਂ ਬਿਨਾਂ। ਸਿਮਰਨ ਨਾ ਕਰਨਾ ਪਵੇ, ਸਤ ਸੰਗਤ ਨਾ ਕਰਨੀ ਪਵੇ, ਸੁੱਖ ਮਿਲ ਜੇ। ਅਤੇ ਸਤਿਗੁਰੂ ਕਹਿੰਦੇ ਇੱਦਾਂ ਦਾ ਸੁੱਖ ਮਿਲਣਾ ਕੋਈ ਨਹੀਂ ਹੈ। ਇਸ ਲਈ ਫਰਮਾਉਂਦੇ ਐਸਾ ਜਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਬਸਾਰੀ। ਬਈ ਸੁੱਖ ਸਾਰੇ ਮੰਗਦੇ ਪਰ ਨਾਮ ਨੂੰ ਵਿਸਾਰ ਕੇ, ਨਾਮ ਨੂੰ ਛੱਡ ਕੇ ਉੱਦਾਂ ਸੁੱਖ ਮੰਗਦੇ। ਸੁੱਖ ਕਾਹਦੇ 'ਚੋਂ ਮੰਗਦੇ? ਮਾਇਆ ਦੇ ਵਿੱਚ। ਅਤੇ ਮਾਇਆ ਜਿਹੜੀ ਇਹ ਅਗਨ, ਜਿੰਨਾ ਅਸੀਂ ਅਗਨ ਦੇ ਵਿੱਚ ਜਾਵਾਂਗੇ ਓਨਾ ਹੀ ਇਹ ਅੱਗ ਸਾਨੂੰ ਸਾੜੇਗੀ, ਓਨਾ ਹੀ ਇਹ ਜਲਾਏਗੀ ਸਾਨੂੰ। ਹੁਣ ਸਭ ਤੋਂ ਪਹਿਲਾਂ ਸਾਡਾ ਜਿਹੜਾ ਕੁਟੁੰਬ ਹੈ, ਪਰਿਵਾਰ, ਇਹ ਅਗਨ ਹੈ। ਫਿਰ ਅੱਗੇ ਜਿਹੜਾ ਸੰਸਾਰ ਹੈ, ਇਹ ਸੰਸਾਰ ਅਗਨ ਹੈ। ਔਰ ਮਨ ਨੇ ਅਗਿਆਨਤਾ ਦੇ ਵਿੱਚ ਅੱਗ ਦੇ ਨਾਲ ਪਾ ਲਿਆ ਪਿਆਰ, ਅੱਗ ਦੇ ਨਾਲ ਮੋਹ ਪਾ ਲਿਆ। ਹੁਣ ਜਿੰਨਾ ਇਹ ਅੱਗ ਦੇ ਨੇੜੇ ਜਾਂਦਾ ਓਨਾ ਹੀ ਇਹ ਅੱਗ ਨੂੰ ਸਾੜਦੀ ਹੈ, ਓਨਾ ਹੀ ਜਲਦਾ ਹੈ। ਮਾਰੇ ਫਰਮਾਉਂਦੇ ਅਗਨ ਕੁਟੁੰਬ
ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਵੀ ਭਰਮ ਦੇ ਵਿੱਚ ਮਨ ਪਿਆ ਹੋਇਆ, ਅਗਿਆਨਤਾ ਵਿੱਚ ਪਿਆ ਹੋਇਆ। ਹੁਣ ਇਹ ਅੱਗ ਦੇ ਨਾਲ ਪਿਆਰ ਪਾਈ ਵਿੱਚ, ਤੇ ਇਹ ਜਿਹੜਾ ਪਿਆਰ ਇਹ ਇੱਕ ਤਰਫਾ ਹੈ। ਜਿਹੜਾ ਇੱਕ ਤਰਫਾ ਪਿਆਰ ਹੁੰਦਾ ਉਹਦੇ 'ਚ ਦੁੱਖ ਹੀ ਦੁੱਖ ਹੁੰਦਾ, ਸੁੱਖ ਨਹੀਂ ਹੁੰਦਾ। ਜਿਵੇਂ ਮਹਾਰਾਜ ਸਾਨੂੰ ਦੱਸਦੇ ਵੀ ਪਤੰਗਾ ਹੈ, ਉਹ ਦੀਵੇ ਨਾਲ ਪਿਆਰ ਕਰਦਾ, ਲਾਈਟ ਦੇ ਨਾਲ। ਉਹ ਉਹਦੇ 'ਤੇ ਜਾਂਦਾ ਹੈ ਅਤੇ ਉਹਨੂੰ ਸਾੜਦੀ, ਉਹ ਜਾਂਦਾ ਉਹਦੇ 'ਤੇ ਉਹਦੇ ਖੰਭ ਮਚਾ ਦਿੰਦੀ। ਉਹ ਫੇਰ ਜਾਂਦਾ ਉਹਦੇ 'ਤੇ ਉਹਦੀ ਜਾਨ ਹੀ ਲੈ ਲੈਂਦੀ, ਉਹਨੂੰ ਸਾੜ ਹੀ ਦਿੰਦੀ। ਉਹ ਉਹੀਓ ਹਾਲਤ ਇਹ ਸਾਡੇ ਮਨ ਦੀ ਹੈ। ਇਹ ਮਾਇਆ ਦੇ ਨਾਲ, ਅੱਗ ਦੇ ਨਾਲ ਪਿਆਰ ਪਾਈ ਬੈਠਾ ਅਤੇ ਅੱਗ ਇਹਨੂੰ ਸਾੜੀ ਜਾਂਦੀ, ਅੱਗ ਇਹਨੂੰ ਦੁਖੀ ਕਰੀ ਜਾਂਦੀ, ਇਹਨੂੰ ਛੱਡਦਾ ਵੀ ਨਹੀਂ। ਇਹ ਫੇਰ ਜਾਂਦਾ, ਇਹ ਫੇਰ ਇਹਨੂੰ ਸਾੜਦੀ ਹੈ, ਮੁੜ ਕੇ ਫੇਰ ਜਾਂਦਾ, ਫੇਰ ਉਹਨੂੰ ਸਾੜਦੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਤੋਂ ਉੱਪਰ ਉੱਠ ਜਾਓ, ਅੱਗ ਤੋਂ ਨਾ ਸੜੋ ਇਹਦੇ ਵਿੱਚ। ਹੁਣ ਇਹ ਤੋਂ ਉੱਪਰ ਉੱਠਣ ਵਾਸਤੇ ਹੀ ਫਿਰ ਇਹ ਗੁਰੂ ਦੀ ਮੱਤ। ਆਈਆਂ ਆਪਾਂ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ ਬਈ ਇਹ ਅਗਨ ਤੋਂ ਅਸੀਂ ਉੱਪਰ ਉੱਠ ਜਾਈਏ। ਜਦੋਂ ਅਸੀਂ ਉੱਪਰ ਉੱਠ ਜਾਵਾਂਗੇ, ਅੱਗ ਤੋਂ ਬਾਹਰ ਨਿਕਲ ਜਾਵਾਂਗੇ, ਫਿਰ ਅਸੀਂ ਇਹ ਤੋਂ ਕੰਮ ਤਾਂ ਲੈ ਸਕਦੇ ਸਹੀ ਤਰੀਕੇ ਦੇ ਨਾਲ, ਪਰ ਇਹਦੇ ਵਿੱਚ ਨਹੀਂ ਵੜਾਂਗੇ, ਫਿਰ ਅਸੀਂ ਸੜਾਂਗੇ ਨਹੀਂ। ਜੇ ਅਸੀਂ ਇਹਦੇ ਵਿੱਚ ਛਾਲ ਮਾਰਾਂਗੇ ਫਿਰ ਅਸੀਂ ਸੜ ਜਾਵਾਂਗੇ। ਔਰ ਉਹਦੇ ਵਾਸਤੇ ਫਿਰ ਸਾਨੂੰ ਉਦਾਹਰਨਾਂ ਦਿੱਤੀ, ਜਿਵੇਂ ਇੱਕ ਮੱਖੀ ਹੈ। ਇੱਕ ਤਾਂ ਮੱਖੀ ਹੈ ਜਿਹੜੀ ਸ਼ਹਿਦ ਤਿਆਰ ਕਰਦੀ, ਗੁਰਮੁਖ। ਬਈ ਉਹ ਸ਼ਹਿਦ ਆਪ ਵੀ ਛਕਦੀ ਅਤੇ ਨਾਲੇ ਉਹ ਸ਼ਹਿਦ ਦਾ ਆਪਾਂ ਨੂੰ ਵੀ ਲਾਹਾ ਹੁੰਦਾ, ਫਾਇਦਾ ਆਪਾਂ ਨੂੰ। ਹੁਣ ਇੱਕ ਮੱਖੀ ਹੈ ਜਿਹੜੀ ਆਮ ਫਿਰਦੀਆਂ ਮੱਖੀਆਂ, ਜਿਹੜੀ ਗੰਦਗੀ 'ਤੇ ਬਹਿੰਦੀ, ਜਿਹਦੇ ਨਾਲ ਬਿਮਾਰੀਆਂ ਫੈਲਦੀਆਂ। ਹੁਣ ਉਹਦੇ ਅੱਗੇ ਸ਼ਹਿਦ ਰੱਖ ਦਿਓ ਚੋਕੇ। ਹੁਣ ਉਹ ਜਿਹੜੀ ਮਨਮੁਖ ਮੱਖੀ ਹੈ ਉਹਨੇ ਆ ਕੇ ਸ਼ਹਿਦ ਦੇ ਵਿੱਚ ਹੀ ਡਿੱਗਣਾ। ਉਹਨੇ ਇਹ ਨਹੀਂ ਵੀ ਸਾਈਡ 'ਤੇ ਬੈਠ ਕੇ ਉਹਨੂੰ ਖਾ ਲਾਂ, ਉਹ ਸਿੱਧਾ ਹੀ ਆਉਂਦੀ ਅਤੇ ਉਹਦੇ ਵਿੱਚ ਬੈਠ ਜਾਂਦੀ। ਜਦੋਂ ਵਿੱਚ ਬਹਿੰਦੀ ਹੈ ਉਹ ਲੱਤਾਂ ਵਿੱਚ ਖੁੱਭ ਜਾਂਦੀ, ਉੱਡਣ ਦੀ ਕੋਸ਼ਿਸ਼ ਕਰਦੀ, ਉਹ ਫਰ ਵੀ ਵਿੱਚ ਖੁੱਭ ਜਾਂਦੀ ਅਤੇ ਉਹਦੇ ਵਿੱਚ ਹੀ ਦਮ ਤੋੜ ਦਿੰਦੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਮਨਮੁਖ ਜੀਵ ਦੀ ਅਵਸਥਾ ਹੈ, ਵੀ ਜਿਹੜੇ ਤਾਂ ਗੁਰਮੁਖ ਨੇ ਉਹਦਾ ਇਹ ਅੰਮ੍ਰਿਤ ਤਿਆਰ ਕਰਦੇ, ਆਪ ਵੀ ਛਕਦੇ, ਅਤੇ ਜਿਹੜੇ ਉਹਨਾਂ ਦਾ ਅੱਗੇ ਸੰਗ ਕਰਦੇ ਉਹਨਾਂ ਨੂੰ ਵੀ ਅੱਗੇ ਅੰਮ੍ਰਿਤ ਦਾ ਭੇਦ ਦਿੰਦੇ। ਜਿਹੜਾ ਮਨਮੁਖ ਹੈ ਉਹ ਫਿਰ ਇਹ ਅੱਗ ਦੇ ਵਿੱਚ ਸੜਦਾ, ਮਾਇਆ ਦੇ ਵਿੱਚ ਸਿੱਧਾ ਹੀ ਵਿੱਚ ਜਾ ਕੇ ਡਿੱਗਦਾ ਅਤੇ ਫਿਰ ਉਹ ਸੜਦਾ ਹੈ। ਇਸ ਲਈ ਮਹਾਰਾਜ ਕਹਿੰਦੇ ਮਿੱਠੇ ਮੱਖ ਮੂਆ ਕਿਉ ਲਏ ਅਡਾਰੀ, ਹਸਤੀ ਗਰਕ ਪਿਆ ਕਿਉ ਤਰੀਏ ਤਾਰੀ। ਬਈ ਉਹ ਮਿੱਠੇ ਦੇ ਵਿੱਚ ਮੱਖੀ ਐਸਾ ਬੈਠੀ, ਸ਼ਹਿਦ ਦੇ ਵਿੱਚ ਉਹ ਵਿੱਚ ਹੀ ਗਰਕ ਗਈ, ਵਿੱਚ ਹੀ ਉਹਨੇ ਦਮ ਤੋੜ ਦਿੱਤਾ। ਔਰ ਇਸੇ ਤਰ੍ਹਾਂ ਹੀ ਮਨਮੁਖ ਹੈ ਜਿਹੜਾ ਉਹ ਇਹ ਮਾਇਆ ਦੇ ਵਿੱਚ ਹੀ ਦਮ ਤੋੜ ਦਿੰਦਾ, ਮਾਇਆ ਦੇ ਗਰਭ ਦੇ ਵਿੱਚ ਇਹ ਤੋਂ ਬਾਹਰ ਨਿਕਲਦਾ ਹੀ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜੇ ਅਸੀਂ ਇਹਦੇ ਵਿੱਚ ਹੀ ਰਹੇ, ਇਹ ਮਾਇਆ ਦੇ ਗਰਭ ਦੇ, ਅਤੇ ਸਾਨੂੰ ਫਿਰ ਇਹ ਜਨਮ ਮਰਨ ਦਾ ਰੋਗ ਲੱਗਾ ਹੀ ਰਹਿਣਾ। ਅਸੀਂ ਮੁਕਤ ਨਹੀਂ ਹੋ ਸਕਦੇ, ਅਸੀਂ ਅਮਰ ਨਹੀਂ ਹੋ ਸਕਦੇ। ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਤੋਂ ਬਾਹਰ ਨਿਕਲੋ, ਮਾਇਆ ਦੇ ਗਰਭ ਦੇ ਵਿੱਚੋਂ ਤ੍ਰੈ ਗੁਣਾਂ ਤੋਂ ਉੱਪਰ ਉੱਠੋ। ਤ੍ਰੈ ਗੁਣਾਂ ਦੇ ਵਿੱਚ ਭਰਮ ਹੈ, ਇਹਦੇ ਵਿੱਚ ਦੁੱਖ ਹੈ। ਦੁੱਖ ਵੀ ਉਦੋਂ ਹੈ ਜਦੋਂ ਅਸੀਂ ਅਗਿਆਨਤਾ ਦੇ ਵਿੱਚ ਹੁੰਦੇ। ਇੱਧਰ ਜਦੋਂ ਆਪਾਂ 10, 12, 14 ਘੰਟੇ ਜਿੰਨਾ ਸਮਾਂ ਵੀ ਰਹਿੰਦੇ ਹਾਂ,
ਇਸ ਲੋਕ ਦੇ ਵਿੱਚ ਜਦੋਂ ਸਾਡਾ ਮਨ ਆ ਕੇ ਤ੍ਰੈ ਗੁਣਾਂ ਦੇ ਵਿੱਚ ਭਰਮ 'ਚ ਪੈ ਜਾਂਦਾ, ਉਦੋਂ ਦੁੱਖ। ਜੇ ਹੁਣ ਆਪਾਂ ਤ੍ਰੈ ਗੁਣਾਂ ਤੋਂ ਉੱਪਰ ਉੱਠੇ ਰਵਾਂਗੇ ਤਾਂ ਫਿਰ ਸਾਨੂੰ ਕੋਈ ਦੁੱਖ ਨਹੀਂ। ਦੁੱਖ ਦਾ ਕਾਰਨ ਇਹ ਵਿਚਾਰ ਫੁਰਨੀ, ਵਿਚਾਰਾਂ ਦੇ ਵਿੱਚ ਦੁੱਖ। ਨਾ ਸਾਨੂੰ ਭੇਤ ਹੋਣ ਕਰਕੇ ਇਹ ਵਿਚਾਰ ਨੇ ਜਿਹੜੇ, ਵਿਚਾਰਾਂ 'ਚ ਅਸੀਂ ਦੁਖੀ ਹੁੰਦੇ ਹਾਂ ਅਗਿਆਨਤਾ ਦੇ ਵਿੱਚ। ਸਾਈਆਂ ਮਾਰੇ ਕਹਿੰਦੇ ਵੀ ਇਹ ਜਿਹੜਾ ਦੇਸ਼ ਹੈ, ਦੇਸ਼ ਹੀ ਵਿਚਾਰਾਂ ਦਾ। ਇਹ ਕਲਯੁੱਗ ਜਿਹੜਾ ਕਲਾ ਦਾ ਯੁੱਗ ਹੈ, ਵਿਚਾਰਾਂ ਦਾ ਦੇਸ਼। ਹੁਣ ਇੱਧਰ ਵਿਚਾਰਾਂ ਦੇ ਹੀ ਸਾਡੇ ਰਿਸ਼ਤੇ ਨਾਤੇ ਨੇ, ਭੈਣ ਭਰਾ ਦੇ, ਧੀਆਂ ਪੁੱਤਰਾਂ ਦੇ, ਸੰਗੀਆਂ ਸਾਥੀਆਂ ਦੇ। ਇਹ ਸਭ ਸਾਡੇ ਵਿਚਾਰਾਂ ਦੇ ਰਿਸ਼ਤੇ ਨਾਤੇ। ਵਿਚਾਰਾਂ ਦੇ ਵਿੱਚ ਹੀ ਪਾਪ ਪੁੰਨ ਨੇ, ਵਿਚਾਰਾਂ ਦੇ ਵਿੱਚ ਹੀ ਦੁੱਖ ਸੁੱਖ ਹੈ, ਵਿਚਾਰਾਂ ਦੇ ਵਿੱਚ ਹੀ ਚੰਗਾ ਮਾੜਾ ਹੈ, ਵਿਚਾਰਾਂ ਦੇ ਵਿੱਚ ਹੀ ਉੱਤਮ ਨੀਚ ਹੈ। ਇਹ ਸਾਰਾ ਕੁਛ ਵਿਚਾਰਾਂ ਦੇ ਵਿੱਚ। ਨਾ ਸਾਨੂੰ ਇਹ ਵਿਚਾਰਾਂ ਦਾ ਖੇਲ ਭੇਤ ਹੋਣ ਕਰਕੇ ਜਦੋਂ ਜੀਵ ਦਾ ਵਿਚਾਰਾਂ ਦਾ ਟਕਰਾਅ ਹੁੰਦਾ ਕਿਸੇ ਨਾਲ, ਉਹ ਭਰਾ ਆਪਸ ਵਿੱਚ ਲੜ ਪੈਂਦੇ, ਇਹ ਉਹ ਬਹੁਤ ਅੱਡੋ ਅੱਡ ਹੋ ਜਾਂਦੇ। ਔਰਤ ਮਰਦ ਉਹ ਅੱਡੋ ਅੱਡ ਹੋ ਜਾਂਦੇ, ਉਹ ਰਿਸ਼ਤੇਦਾਰ ਸੰਗੀ ਸਾਥੀ ਉਹ ਆਪਸ ਵਿੱਚ ਲੜ ਪੈਂਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਸਾਰਾ ਖੇਲ ਹੀ ਫਿਰ ਵਿਚਾਰਾਂ ਦਾ ਚੱਲਦਾ। ਜੇ ਅਸੀਂ ਇਹ ਵਿਚਾਰਾਂ ਦਾ ਖੇਲ ਨਹੀਂ ਸਮਝੇ, ਵਿਚਾਰਾਂ ਤੋਂ ਅਸੀਂ ਨਾ ਰਹਿਤ ਹੋਏ, ਫਿਰ ਸਾਡਾ ਕਿਸੇ ਸਮੇਂ ਵੀ ਇਹ ਵਿਚਾਰਾਂ ਦਾ ਟਕਰਾਅ ਹੋ ਸਕਦਾ। ਜਦੋਂ ਵਿਚਾਰਾਂ ਦਾ ਟਕਰਾਅ ਸਾਡਾ ਹੋਏਗਾ, ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਸਾਡੇ ਪਰਿਵਾਰ 'ਚ ਕਲੇਸ਼, ਫਿਰ ਇਹ ਕਲੇਸ਼ ਅੱਗੇ ਦੀ ਅੱਗੇ ਵੱਧਦਾ ਜਾਂਦਾ। ਇਹੋ ਕਾਰਨ ਹੈ ਸੰਸਾਰ ਦੇ ਵਿੱਚ ਕਲੇਸ਼ ਦਾ। ਜਦੋਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ, ਸਾਡੇ ਅੰਦਰ ਦੁਬਦਾ ਹੁੰਦੀ, ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਉਹਦੇ ਵਰਤਾਏ ਸਾਡੇ ਅੰਦਰ ਵੈਰ ਵਿਰੋਧ ਆ ਜਾਂਦਾ। ਫਿਰ ਅਸੀਂ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਹੁਣ ਇਹ ਵਿਚਾਰਾਂ ਦਾ ਟਕਰਾਅ ਕਰਾਉਣ ਵਾਲੇ ਸਾਡੇ ਅੰਦਰ ਹੀ ਬੈਠੇ, ਸਾਨੂੰ ਧੜਿਆਂ ਦੇ ਵਿੱਚ ਵੰਡਣ ਵਾਲੇ ਇਹ ਸਾਡੇ ਅੰਦਰ ਹੀ ਬੈਠੇ, ਸਾਡਾ ਇਹੋ ਵਿਚਾਰਾਂ ਦਾ ਟਕਰਾਅ ਕਰਾ ਦਿੰਦੇ, ਸਾਡੇ ਵਿਚਾਰ ਬਦਲ ਦਿੰਦੇ। ਹੁਣ ਗੁਰਮਤਿ ਦੇ ਵਿੱਚ ਫਿਰ ਆਪਾਂ ਨੂੰ ਸਮਝਾਇਆ ਜਾਂਦਾ ਬਈ ਇਹ ਵਿਚਾਰ ਕਿਵੇਂ ਸਾਡੇ ਬਦਲਦੇ। ਜਦੋਂ ਅਸੀਂ ਇਸ ਸਰੀਰ ਦੇ ਵਿੱਚ ਪ੍ਰਵੇਸ਼ ਹੁੰਦੇ ਹਾਂ, ਸਵੇਰੇ ਸਾਡਾ ਮਨ ਆਉਂਦਾ ਹੈ, ਉਹ ਅਨੁਸਾਰ ਜਿਉਂ ਹੀ ਅਸੀਂ ਇਹ ਸਰੀਰ ਪਿੰਡ ਦੇ ਵਿੱਚ ਪ੍ਰਵੇਸ਼ ਹੋਏ, ਇਹਨਾਂ ਨੇ ਸਾਡਾ ਪਾਉਣ ਦਾ ਸੰਤੁਲਨ ਵਿਗਾੜਿਆ। ਇੱਕ ਪਾਸੇ ਸਵਾਸ ਜ਼ਿਆਦਾ ਕਰ ਦਿੰਦੇ, ਦੂਜੇ ਪਾਸੇ ਘੱਟ ਕਰ ਦਿੰਦੇ। ਅਤੇ ਜਦੋਂ ਅਸੀਂ ਇਹਦੇ ਵਿੱਚ ਇੱਦਾਂ ਹੀ ਪ੍ਰਵੇਸ਼ ਹੋ ਗਏ ਤਾਂ ਇਹਨਾਂ ਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਇਹ ਸਾਡੇ ਨਾਲ ਜਿਹੜੇ ਖੇਡਣ ਵਾਸਤੇ ਆਏ ਨੇ, ਵੀ ਇਹ ਖਿਡਾਰੀ ਜਿਹੜੇ, ਵੀ ਇਹਨਾਂ ਨੂੰ ਗਿਆਨ ਹੈਗਾ ਕਿ ਨਹੀਂ ਹੈਗਾ। ਜੇ ਤਾਂ ਅਸੀਂ ਪਾਉਣ ਨਹੀਂ ਸਮ ਕੀਤੀ, ਸਿੱਧਾ ਹੀ ਪ੍ਰਵੇਸ਼ ਹੋ ਗਏ, ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਪਤਾ ਨਹੀਂ, ਇਹ ਅਨਾੜੀ ਨਹੀਂ, ਇਹਨਾਂ ਨੇ ਖੇਡ ਨੂੰ ਸਮਝਿਆ ਨਹੀਂ। ਉਹ ਫਿਰ ਕੀ ਕਰਦੇ, ਸਾਡਾ ਪਾਉਣ ਦਾ ਸੰਤੁਲਨ ਜਦੋਂ ਵਿਗਾੜਦੇ, ਇੱਕ ਮੈਂਬਰ ਦਾ ਬਹਾਰ ਸੱਜੇ ਪਾਸੇ ਕਰ ਦਿੰਦੇ। ਸੱਜੇ ਪਾਸੇ ਜਦੋਂ ਪਾਉਣ ਜ਼ਿਆਦਾ ਚੱਲਣ ਲੱਗ ਗਈ, ਇੱਧਰ ਸੂਰਜ, ਇੱਧਰ ਗਰਮੈਸ਼, ਇੱਧਰ ਤਪਸ਼, ਇੱਧਰ ਤਮੋ ਗੁਣ, ਉਹ ਜੀਵ ਦੇ ਅੰਦਰ ਹੀ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਵੀਰ, ਈਰਖਾ, ਨਫ਼ਰਤ, ਵੈਰ ਵਿਰੋਧ ਵੱਧ ਜਾਏਗਾ। ਉਹਦੇ ਵਿਚਾਰ ਤਮੋ ਗੁਣੀ ਹੋ ਜਾਣਗੇ। ਇੱਕ ਪਰਿਵਾਰ ਦਾ ਮੈਂਬਰ ਖੱਬੇ ਪਾਸੇ ਚਲਾ ਗਿਆ, ਇੱਧਰ ਰਜੋ ਗੁਣ, ਉਹਦੇ ਅੰਦਰ ਹੀ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸੈਂਸੇ, ਫਿਕਰ, ਚਿੰਤਾਵਾਂ, ਇਹ ਵਿਚਾਰ ਵੱਧ ਜਾਣ। ਹੁਣ ਜਿਹੜੀ ਗੱਲ ਰਜੋ ਗੁਣ ਵਾਲਾ ਕਰੇਗਾ, ਉਹ ਤਮੋ ਗੁਣ ਵਾਲਾ ਨਹੀਂ ਮੰਨੇਗਾ, ਉਹਨੂੰ ਗੁੱਸਾ ਚੜ੍ਹੀ ਜਾਣਾ ਉਹਦੇ 'ਚ।
ਜਿਹੜੀ ਗੱਲ ਤਮੋ ਗੁਣ ਵਾਲਾ ਆਖੇਗਾ ਉਹ ਰਜੋ ਗੁਣ ਵਾਲਾ ਨਹੀਂ ਮੰਨੇਗਾ। ਉਹ ਦੋਵਾਂ ਦਾ ਆਪਸ ਵਿੱਚ ਸਵੇਰੇ ਉੱਠਣ ਸਾਰੀ ਵਿਚਾਰਾਂ ਦਾ ਟਕਰਾਅ ਹੋ ਜੀ। ਜਦੋਂ ਵਿਚਾਰਾਂ ਦਾ ਟਕਰਾਅ ਹੋਵੇ ਅਤੇ ਉਦੋਂ ਹੀ ਮਨ 'ਚ ਕਲੇਸ਼ ਪੈ ਜਾਣ, ਉਦੋਂ ਹੀ ਸਾਡੇ ਅੰਦਰ ਦੁਬਦਾ ਆ ਜਾਣੀ, ਵੈਰ ਵਿਰੋਧ ਆ ਜਾਣ, ਉਦੋਂ ਹੀ ਈਰਖਾ ਨਫ਼ਰਤ ਆ ਜਾਣੀ ਸਾਡੇ ਅੰਦਰ। ਇਸ ਤਰ੍ਹਾਂ ਫਿਰ ਇਹ ਸਾਨੂੰ ਦੁਬਦਾ ਦੇ ਵਿੱਚ ਪਾ ਕੇ ਫਿਰ ਅਸੀਂ ਜੀਵਨ ਦੀ ਬਾਜੀ ਨੂੰ ਹਾਰਦੇ। ਜਦੋਂ ਸਾਡੇ ਅੰਦਰ ਫਿਰ ਇਹ ਦੁਬਦਾ ਪੈਦਾ ਹੋ ਗਈ, ਫਿਰ ਅਸੀਂ ਆਪਦੇ ਬਾਰੇ ਨਹੀਂ ਸੋਚਦੇ, ਆਪਣਾ ਆਪਾ ਵਿਚਾਰਨਾ ਛੱਡ ਕੇ ਫਿਰ ਅਸੀਂ ਦੂਜਿਆਂ ਬਾਰੇ ਸੋਚੀ ਜਾਂਦੇ ਵੀ ਇਹਨੇ ਮੈਨੂੰ ਐਂ ਕਿਉਂ ਆਖੇ, ਇਹਨੂੰ ਮੈਂ ਇੱਦਾਂ ਕਰ ਦਾਂਗਾ, ਇਹਨੂੰ ਮੈਂ ਉੱਦਾਂ ਕਰ ਦਾਂਗਾ। ਉਹ ਫਿਰ ਅੰਦਰ ਦੁਬਦਾ ਦੀਆਂ ਹੀ ਵਿਚਾਰਾਂ ਚੱਲੀ ਜਾਂਦੀਆਂ, ਵੈਰ ਵਿਰੋਧੀ। ਅਤੇ ਇਸ ਤਰ੍ਹਾਂ ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ। ਮਹਾਰਾਜ ਕਹਿੰਦੇ ਜਨਮ ਪਦਾਰਥ ਦੁਬਦਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਬਈ ਜੇ ਅਸੀਂ ਇਹ ਦੁਬਦਾ 'ਚ ਪੈ ਗਏ, ਸਾਡਾ ਵਿਚਾਰਾਂ ਦਾ ਟਕਰਾਈ ਹੋ ਗਿਆ ਅਤੇ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰ ਜਾ। ਤਾਂ ਫਿਰ ਆਪਾਂ ਨੂੰ ਕਹਿੰਦੇ ਬਈ ਜਿਉਂ ਹੀ ਅਸੀਂ ਇਹ ਪਾਉਣ 'ਚ ਪ੍ਰਵੇਸ਼ ਹੋਣਾ ਸਰੀਰ ਦੇ ਵਿੱਚ, ਸਭ ਤੋਂ ਪਹਿਲਾਂ ਗੁਰਮੁਖ ਇਸ ਸਿਮਰਨ ਅਭਿਆਸ ਕਰਨਾ ਸ਼ੁਰੂ ਕਰ ਦਿੱਤੇ। ਜਦੋਂ ਅਸੀਂ ਸਿਮਰਨ ਕਰਾਂਗੇ, ਪਾਉਣ ਸਮ ਹੋ ਜਾਏਗੀ, ਬਰਾਬਰ ਹੋ ਜਾਏਗੀ, ਇੱਕੋ ਜਿਹੀ ਦੋਵਾਂ ਸੁਰਾਂ 'ਚ ਚੱਲਣ ਲੱਗ ਜਾਏਗੀ। ਜਦੋਂ ਸਮ ਹੋ ਜਾਏਗੀ, ਸਾਡੇ ਅੰਦਰ ਸਤੋ ਗੁਣ ਆ ਜੀ। ਸਤੋ ਗੁਣ ਦੇ ਜਿਹੜੇ ਗੁਣ ਨੇ ਸਾਡੇ ਅੰਦਰ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ, ਜਤ ਸਤ, ਇਹ ਸਾਡੇ ਅੰਦਰ ਗੁਣ ਆ ਜਾਣਗੇ। ਜਦੋਂ ਇਹ ਸਾਡੇ ਅੰਦਰ ਸਤੋ ਗੁਣੀ ਗੁਣ ਆ ਗਏ, ਫਿਰ ਅਸੀਂ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਨਹੀਂ ਕਰਾਂਗੇ ਵੀ ਅਸੀਂ ਪਾਉਣ ਸਮ ਕਰ ਲਈ, ਨਾਲ ਨਾਲ ਸਿਮਰਨ ਕੀਤੀ ਜਾਂਦੇ ਹਾਂ, ਨਾਲ ਨਾਲ ਆਪਦਾ ਜੋ ਕਰਮ ਕਰਦੇ ਹਾਂ ਉਹ ਕਰਮ ਕੀਤੀ ਜਾਂਦੀ। ਅਤੇ ਜਦੋਂ ਸਾਡਾ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਨਹੀਂ ਹੋਣਾ, ਸਾਡੇ ਅੰਦਰ ਦੁਬਦਾ ਹੋਣੀ ਹੋਈ ਨਹੀਂ, ਸਾਡੇ ਅੰਦਰ ਕਿਸੇ ਵਰਥਾਏ ਵੈਰ ਵਿਰੋਧ ਆਉਣਾ ਹੀ ਨਹੀਂ, ਈਰਖਾ ਨਫ਼ਰਤ ਆਉਣੀ ਹੀ ਨਹੀਂ। ਅਤੇ ਜਦੋਂ ਵੈਰ ਵਿਰੋਧ ਨਹੀਂ ਆਏਗਾ, ਸਾਨੂੰ ਸ਼ਾਂਤੀ ਰਹੇਗੀ, ਸਾਡੇ ਮਨ ਨੇ ਸਹਿਜ ਰਹਿਣਾ, ਸ਼ਾਂਤ ਰਹਿਣਾ। ਕਿਉਂਕਿ ਦੁਖੀ ਅਸੀਂ ਉਦੋਂ ਹੁੰਦੇ ਜਦੋਂ ਵੈਰ ਵਿਰੋਧ ਆਉਂਦਾ, ਤਾਂਹੀਓ ਅਸੀਂ ਦੁਖੀ ਹੁੰਦੇ ਹਾਂ। ਤਾਂਹੀਓ ਆਪਾਂ ਦੇਖਦੇ ਨਾ ਸੰਸਾਰ 'ਚ ਬਈ ਜੀਵ ਦੀ ਜਦੋਂ ਕਿਸੇ ਨਾਲ ਲੜਾਈ ਹੋ ਜਾਂਦੀ, ਕੋਈ ਕਿਸੇ ਨੂੰ ਇੱਕ ਦੂਸਰੇ ਨੂੰ ਬੋਲਦਾ ਕੁਛ, ਅਤੇ ਉਹ ਕਹਿੰਦਾ ਵੀ ਮੈਂ ਚੰਗਾ ਭਲਾ ਸੀ, ਮੈਂ ਤਾਂ ਦੁਖੀ ਕਰਤਾ ਇਹਨੇ। ਦੁਖੀ ਕੀ ਵੀ ਸਾਡਾ ਵਿਚਾਰਾਂ ਦਾ ਟਕਰਾਅ ਹੋ ਗਿਆ, ਉਹਨੇ ਫਿੱਕੇ ਬੋਲ ਬੋਲੇ ਅਤੇ ਅੱਗੇ ਉਹ ਆਪਾਂ ਵੀ ਬੋਲ ਦਿੱਤੇ ਉਹਨੂੰ। ਅਤੇ ਉਹ ਕੀ ਹੋ ਗਿਆ, ਫਿੱਕੇ ਬੋਲ ਬੋਲਣ ਦੇ ਨਾਲ ਸਾਡਾ ਮਨ ਵੀ ਫਿੱਕਾ, ਸਾਡਾ ਤਨ ਵੀ ਫਿੱਕਾ ਹੋ ਗਿਆ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਖੇਲ ਹੈ ਵਿਚਾਰਾਂ ਦਾ, ਇਹ ਵਿਚਾਰਾਂ ਦਾ ਟਕਰਾਅ ਇਸ ਤਰ੍ਹਾਂ ਕਰਾਉਂਦੀ। ਅਤੇ ਇਹਨਾਂ ਨੇ ਸਾਨੂੰ ਧੜਿਆਂ 'ਚ ਵੰਡਣਾ। ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਦੇ ਵਿੱਚ ਇਹਨਾਂ ਨੇ ਧੜਿਆਂ 'ਚ ਜੀਵਾਂ ਨੂੰ ਵੰਡਿਆ ਹੋਇਆ। ਇੱਕ ਪਰਿਵਾਰ ਤੋਂ ਲੈ ਕੇ ਅੱਗੇ ਦੀ ਅੱਗੇ ਧੜੇ ਬਣਾਈ ਜਾਂਦੇ, ਸਭ ਨੂੰ ਧੜਿਆਂ 'ਚ ਪਾਰਟੀਆਂ ਦੇ ਵਿੱਚ ਵੰਡ ਦਿੰਦੇ। ਜਦੋਂ ਅਸੀਂ ਧੜਿਆਂ 'ਚ ਵੰਡੇ ਗਏ, ਇੱਕ ਧੜਾ ਦੂਸਰੇ ਧੜੇ ਦੀ ਨਿੰਦਿਆ ਕਰੇ, ਉਹਨੂੰ ਮਾੜਾ ਆਖੇਗਾ, ਅਤੇ ਉਹ ਕੀ ਹੋ ਗਿਆ, ਸਾਡਾ ਧੜਾ ਬਣ ਗਿਆ ਅਤੇ ਅਸੀਂ ਵੰਡੇ ਗਏ ਅਤੇ ਸਾਡੇ ਅੰਦਰ ਈਰਖਾ ਆ ਗਈ, ਨਫ਼ਰਤ ਆ ਗਈ, ਨਾਲ ਹਉਮੈ ਹੰਕਾਰ ਆ ਗਿਆ, ਅਭਿਮਾਨ ਆ ਗਿਆ ਵੀ ਅਸੀਂ ਚੰਗੇ ਹਾਂ, ਦੂਸਰੇ ਮਾੜੇ ਨੇ, ਤਾਂਹੀਓ ਉਹਨਾਂ ਦੀ ਨਿੰਦਿਆ ਕਰਦੇ। ਅਤੇ ਮਹਾਰਾਜ ਕਹਿੰਦੇ ਵੰਡਣ ਵਾਲੇ ਕੌਣ ਨੇ, ਧੜੇ ਬਣਾਉਣ ਵਾਲੇ ਕੌਣ? ਸਤਿਗੁਰੂ ਦੱਸਦੇ ਕਲ ਯੁਗ ਮੇ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਬਈ ਝਗੜਾ ਕਰਾਉਣ ਵਾਲੇ ਇਹ ਸਾਡੇ ਅੰਦਰ ਹੀ ਬੈਠੇ, ਇਹਨਾਂ ਨੇ ਹੀ ਸਾਨੂੰ ਧੜਿਆਂ 'ਚ ਵੰਡਣਾ।
ਇਹਨਾਂ ਨੇ ਸਾਡੇ ਅੰਦਰ ਅਭਿਮਾਨ ਪੈਦਾ ਕਰਨਾ, ਹੰਕਾਰ ਪੈਦਾ ਕਰਨਾ, ਹਉਮੈ ਪੈਦਾ ਕਰਨੀ, ਸਾਤੋਂ ਫਿੱਕੇ ਬੋਲ ਬੁਲਾਉਣੇ। ਅਤੇ ਇਸ ਵਾਸਤੇ ਸਤਿਗੁਰੂ ਕਹਿੰਦੇ ਇਹਨਾਂ ਨੇ ਸਾਰਿਆਂ ਨੂੰ ਫਿਰ ਵੰਡ ਦਿੱਤਾ। ਕਿਸ ਹੀ ਧੜਾ ਕੀਆ ਸੁੱਤ ਮੀਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੀ ਨਾਲ ਜਵਾਈ। ਬਈ ਇਹਨਾਂ ਨੇ ਸਭ ਨੂੰ ਫਿਰ ਇੱਦਾਂ ਵੈਰ ਵਿਰੋਧ 'ਚ ਵੰਡਿਆ ਹੋਇਆ। ਕਿਤੇ ਭਰਾ ਭਰਾ ਦੀ ਨਹੀਂ ਆਪਸ ਵਿੱਚ ਬਣਦੀ, ਕਿਤੇ ਪਿਓ ਪੁੱਤ ਦੀ ਨਹੀਂ ਆਪਸ ਵਿੱਚ ਬਣਦੀ, ਕਿਤੇ ਔਰਤ ਮਰਦ ਉਹਨਾਂ ਦੇ ਨਹੀਂ ਵਿਚਾਰ ਮਿਲਦੇ ਆਪਸ ਵਿੱਚ, ਕਿਤੇ ਨੂੰਹ ਸੱਸ ਉਹਨਾਂ ਦੀ ਨਹੀਂ ਆਪਸ ਵਿੱਚ ਬਣਦੀ। ਜਾਣੀ ਦੀ ਇਸ ਤਰ੍ਹਾਂ ਇਹਨਾਂ ਨੇ ਸਭ ਨੂੰ ਦੁਵਿਧਾ ਦੇ ਵਿੱਚ ਪਾਇਆ ਹੋਇਆ। ਸਭ ਨੂੰ ਇਹਨਾਂ ਨੇ ਇਸ ਤਰ੍ਹਾਂ ਧੜਿਆਂ ਦੇ ਵਿੱਚ ਵੰਡਿਆ ਹੋਇਆ। ਅਤੇ ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਸਿਮਰਨ ਕਰੀਏ, ਜੇ ਅਸੀਂ ਸਤ ਸੰਗਤ ਕਰੀਏ, ਫਿਰ ਸਾਡਾ ਧੜਾ ਇੱਕ ਮਾਲਕ ਨਾਲ ਹੋ ਜਾਂਦਾ ਅਤੇ ਇਹ ਸਾਰੇ ਧੜੇ ਸਾਡੇ ਖਤਮ ਹੋ ਜਾਂਦੇ। ਮਾਰੇ ਫਰਮਾਉਂਦੇ ਜਿਸ 'ਤੇ ਕਿਰਪਾ ਕਰੀ ਤਿਸ ਸਤ ਸੰਗਤ ਮਲਾਈ, ਹਮਰਾ ਹਰ ਧੜਾ ਜੈਨੇ ਧੜੀ ਸਭ ਗਵਾਏ। ਬਈ ਸਾਡਾ ਧੜਾ ਜਿਹੜਾ ਉਹ ਹਰੀ ਵਾਹਿਗੁਰੂ ਦੇ ਨਾਲ, ਜਿਹਦੇ ਨਾਲ ਸਾਡੇ ਸਾਰੇ ਧੜੇ ਖਤਮ ਹੋ ਗਏ, ਸਾਡਾ ਕਿਸੇ ਨਾਲ ਕੋਈ ਧੜਾ ਨਹੀਂ। ਇਸ ਵਾਸਤੇ ਫਿਰ ਜਦੋਂ ਅਸੀਂ ਪਰਮਾਤਮਾ ਦੇ ਨਾਲ ਧੜਾ ਕਰ ਲਾਂਗੇ ਤਾਂ ਸਭ ਖਤਮ ਹੋ ਜਾਂਦਾ ਵੈਰ ਵਿਰੋਧ। ਜੇ ਅਸੀਂ ਇੱਧਰ ਕਿਸੇ ਨਾਲ ਧੜਾ ਕੀਤਾ ਅਤੇ ਫਿਰ ਸਾਡੇ ਅੰਦਰੋਂ ਇਹ ਦੁਵਿਧਾ ਜਾਣੀ ਨਹੀਂ, ਵੈਰ ਵਿਰੋਧ ਜਾਣਾ ਨਹੀਂ। ਇਹ ਜਦ ਤੱਕ ਸਾਡੇ ਅੰਦਰੋਂ ਦੁਵਿਧਾ ਨਹੀਂ ਜਾਂਦੀ, ਅਸੀਂ ਕਿੰਨੇ ਵੀ ਜਪ ਤਪ ਕਰੀ ਜਾਈਏ, ਕਿੰਨੇ ਅਸੀਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੀ ਜਾਈਏ, ਕਿੰਨਾ ਅਸੀਂ ਪੁੰਨ ਦਾਨ ਕਰੀ ਜਾਈਏ, ਉਹ ਸਾਡਾ ਕੀਤਾ ਹੋਇਆ ਕਿਸੇ ਥਾਈ ਪੈਂਦਾ ਨਹੀਂ। ਮਾਰੇ ਫਰਮਾਉਂਦੇ ਇਸ ਮਾਰੀ ਬਿਨ ਥਾਈ ਨਾ ਪਰੇ, ਕੋਟ ਕਰਮ ਜਪ ਤਪ ਕਰੇ। ਬਈ ਕਰੋੜਾਂ ਹੀ ਜਪ ਤਪ ਜੀਵ ਕਰ ਲਏ, ਕਿੰਨਾ ਹੀ ਉਹ ਪੁੰਨ ਦਾਨ ਕਰ ਲਏ, ਕਿੰਨਾ ਉਹ ਸੁੱਚ ਸੰਜਮ ਵਰਤ ਕਰ ਲਈ, ਜਦ ਤੱਕ ਉਹਦੇ ਅੰਦਰੋਂ ਇਹ ਦੁਵਿਧਾ ਨਹੀਂ ਜਾਂਦੀ, ਉਹਨਾਂ ਸਮਾਂ ਇਹ ਸਭ ਨਿਫਲ ਹੀ ਚਲਾ ਜਾਂਦਾ। ਜਦ ਤੱਕ ਅੰਦਰੋਂ ਘਮਾਨ ਨਹੀਂ ਜਾਂਦਾ। ਸਤਿਗੁਰੂ ਫਰਮਾਉਂਦੇ ਤੀਰਥ ਵਰਤ ਔਰ ਨੇਮ ਕਰ ਮਨ ਮੇ ਧਰੇ ਘਮਾਨ, ਨਾਨਕ ਨੇਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਬਈ ਅੰਦਰ ਦਾ ਘਮਾਨ, ਅੰਦਰ ਦੁਵਿਧਾ ਹੈ। ਬਈ ਮੈਂ ਬੜਾ ਤੀਰਥਾਂ 'ਤੇ ਜਾਂਦਾ ਜੀ, ਮੈਂ ਬੜੇ ਵਰਤ ਰੱਖਦਾ, ਮੈਂ ਬੜਾ ਨੇਮੀ ਹਾਂ, ਮੈਂ ਬੜਾ ਨੇਮ ਰੱਖਦਾ, ਮੈਂ ਬਹੁਤ ਪੁੰਨ ਦਾਨ ਕਰਦਾ। ਅਤੇ ਸਤਿਗੁਰੂ ਕਹਿੰਦੇ ਇੱਦਾਂ ਵੀ ਜਿਵੇਂ ਹਾਥੀ ਇਸ਼ਨਾਨ ਕਰਦਾ ਹੈ ਅਤੇ ਬਾਹਰ ਨਿਕਲ ਕੇ ਸੁੰਡ ਭਰ ਕੇ ਫਿਰ ਆਪਦੇ 'ਤੇ ਚਿੱਕੜ ਪਾ ਲੈਂਦਾ, ਉਹ ਹਾਲ 'ਤੇ ਸਤਿਗੁਰੂ ਕਹਿੰਦੇ ਜਿਹੜਾ ਜੀਵ ਦੁਵਿਧਾ ਵਸ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹਨੂੰ ਮਾਰੋ, ਦੁਵਿਧਾ ਖਤਮ ਕਰੋ। ਦੁਵਿਧਾ ਕੀ? ਇਹ ਵਿਚਾਰ ਖਤਮ ਕਰੋ, ਕਿਸੇ ਨਾਲ ਵੀ ਵਿਚਾਰਾਂ ਦਾ ਟਕਰਾਅ ਨਾ ਕਰੋ। ਜਦੋਂ ਸਾਡਾ ਟਕਰਾਅ ਹੋਏਗਾ ਸਾਡੇ ਅੰਦਰ ਦੁਵਿਧਾ ਆਏਗੀ। ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਣਗੇ ਉਹਦੇ ਵਰਤਾਏ ਸਾਡੇ ਅੰਦਰ ਦੁਵਿਧਾ ਪੈਦਾ ਹੋ ਜਾਣੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਵਿਚਾਰ ਹੀ ਖਤਮ ਕਰੋ ਅਤੇ ਚੌਥੇ ਪਦ ਵਿੱਚ ਆਓ। ਜਦੋਂ ਅਸੀਂ ਚੌਥੇ ਪਦ 'ਚ ਚਲੇ ਜਾਵਾਂਗੇ ਸਾਡੇ ਅੰਦਰੋਂ ਇਹ ਦੁਵਿਧਾ ਦਾ ਨਾਸ ਸੋਚੀ। ਤਾਈਓ ਮਹਾਰਾਜ ਕਹਿੰਦੇ ਵੀ ਉਹ ਪੂਰਾ ਜਿਹਨੇ ਦੁਵਿਧਾ ਨੂੰ ਖਤਮ ਕਰ ਲਿਆ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਐਸਾ ਕੋਈ ਜੋ ਦੁਵਿਧਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕਮਾਵੇ। ਸਤਿਗੁਰੂ ਕਹਿੰਦੇ ਵੀ ਉਹ ਸੂਰਮਾ ਹੈ ਜਿਹਨੇ ਦੁਵਿਧਾ ਨੂੰ ਮਾਰ ਲਿਆ।
ਤੇ ਇਹਨੇ ਮਰਨਾ ਹੈ ਫਿਰ ਇਹ ਸ਼ਬਦ ਦੀ ਕਮਾਈ ਦੁਆਰਾ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਇਸ ਸਿਮਰਨ ਅਭਿਆਸ ਦੱਸਦੇ ਵੀ ਜਿਉਂ ਅਸੀਂ ਇਹ ਅਭਿਆਸ ਕਰਾਂਗੇ ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਗਏ ਅਸੀਂ ਦੁਵਿਧਾ ਤੋਂ ਉੱਪਰ ਉੱਠ ਜਾਣਾ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਗੁਰਮੁਖ ਪਿਆਰਿਓ ਇਸ ਤਰੀਕੇ ਨਾਲ ਆਪਾਂ ਸਿਮਰਨ ਕਰਾਂਗੇ ਤੇ ਉਹਦੇ ਆਪਣਾ ਮਨ ਸੁਖੀ ਹੁੰਦਾ ਜਾਏਗਾ ਤੇ ਉਹਦੇ ਸਾਡਾ ਮਨ ਇਹ ਦੁਵਿਧਾ ਤੋਂ ਵਿਚਾਰਾਂ ਤੋਂ ਉੱਪਰ ਉੱਠਦਾ ਜਾਏਗਾ। ਸਤਿਗੁਰੂ ਕਹਿੰਦੇ ਵੀ ਜਿਹੜਾ ਵੀ ਗੁਰਮੁਖ ਸਦਾ ਸੁਖੀ ਹੋਣਾ ਚਾਹੁੰਦਾ, ਆਪਣੇ ਮਨ ਦਾ ਤਨ ਦਾ ਕਲੇਸ਼ ਮਿਟਾਉਣਾ ਚਾਹੁੰਦਾ, ਉਹ ਇਹ ਸਿਮਰਨ ਕਰਕੇ ਖਤਮ ਕਰ ਸਕਦਾ। ਰਮਾਉਂਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ। ਇਹ ਕਲਾ ਕਲੇਸ਼ ਵਿਚਾਰਾਂ ਦਾ ਸਾਡੇ ਅੰਦਰ ਦਾ ਇਹ ਸਿਮਰਨ ਨਾਲ ਹੀ ਖਤਮ ਹੋਣਾ ਹੈ। ਜੇ ਅਸੀਂ ਆਖੀਏ ਵੀ ਸਾਡਾ ਕਲੇਸ਼ ਕੋਈ ਹੋਰ ਖਤਮ ਕਰ ਦਿਓ, ਸਾਡੇ ਦੁੱਖ ਕੋਈ ਸਿਆਣੇ ਖਤਮ ਕਰ ਦੇਣਗੇ, ਜਾਂ ਅਸੀਂ ਬਾਹਰੀ ਪੁੰਨ ਦਾਨ ਕਰਕੇ ਕਲੇਸ਼ ਨੂੰ ਖਤਮ ਕਰ ਲਾਂਗੇ, ਇੱਦਾਂ ਕਲੇਸ਼ ਖਤਮ ਨਹੀਂ ਹੋਣਾ। ਸਾਨੂੰ ਹੋਰ ਭਰਮ 'ਚ ਤਾਂ ਜੀਵ ਪਾ ਸਕਦੇ, ਪਰ ਸਾਡਾ ਇਹ ਕਲਾ ਕਲੇਸ਼ ਨਹੀਂ ਖਤਮ ਕਰ ਸਕਦੇ, ਕਿਉਂਕਿ ਇਹ ਕਲਾ ਕਲੇਸ਼ ਸਾਡੇ ਅੰਦਰ ਦਾ ਹੈ, ਇਹ ਵਿਚਾਰਾਂ ਦਾ ਹੈ। ਇਹਦੇ ਵਾਸਤੇ ਸਾਨੂੰ ਸਿਮਰਨ ਦੱਸਿਆ ਗੁਰਬਾਣੀ ਗੁਰੂ ਵਿੱਚ। ਜੇ ਇਹਦਾ ਕੋਈ ਹੋਰ ਇਲਾਜ ਹੁੰਦਾ ਤਾਂ ਗੁਰਬਾਣੀ 'ਚ ਆਪਾਂ ਨੂੰ ਗੁਰੂ ਸਾਹਿਬ ਦੱਸ ਦਿੰਦੇ।
ਬਈ ਤੁਸੀਂ ਐਂ ਕਰ ਲਓ ਤੇ ਤੁਹਾਡਾ ਕਲੇਸ਼ ਖਤਮ ਹੋ ਜਾਊ, ਤੁਸੀਂ ਸੁਖੀ ਹੋ ਜਾਓਗੇ। ਤੇ ਮਹਾਰਾਜ ਨੇ ਤਾਂ ਸਾਨੂੰ ਕਿਸੇ ਵਹਿਮ ਭਰਮ 'ਚ ਨਹੀਂ ਰੱਖਿਆ, ਉਹਨਾਂ ਨੇ ਤਾਂ ਸਾਨੂੰ ਸਿੱਧਾ ਹੀ ਬੜਾ ਸਪਸ਼ਟ ਕਰਕੇ ਸਮਝਾਏ ਬਈ ਜੇ ਤੁਸੀਂ ਸੁੱਖ ਭਾਲਦੇ ਹੋ ਤਾਂ ਸਿਮਰਨ ਕਰੋ, ਜੇ ਤੁਸੀਂ ਚਾਹੁੰਦੇ ਤੁਹਾਡਾ ਕਲਾ ਕਲੇਸ਼ ਖਤਮ ਹੋਵੇ, ਸਾਡੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਹੋਵੇ, ਤੇ ਫਿਰ ਤੁਸੀਂ ਇਹ ਸਿਮਰਨ ਕਰਕੇ ਸੁਖੀ ਹੋ ਸਕਦੇ। ਹੋਰ ਕੋਈ ਇਹਦਾ ਇਲਾਜ ਨਹੀਂ ਹੈ, ਹੋਰ ਕੋਈ ਇਹਦਾ ਸਾਧਨ ਨਹੀਂ ਹੈ। ਇਸ ਵਾਸਤੇ ਫਿਰ ਜਿਹੜਾ ਵੀ ਸਿਮਰਨ ਕਰੇਗਾ ਉਹ ਸੁਖੀ ਹੋ ਜੇ। ਜਿਹਦਾ ਸਾਰਾ ਪਰਿਵਾਰ ਕਰੇਗਾ ਆਪਣਾ ਤੇ ਸਾਰਾ ਪਰਿਵਾਰ ਸੁਖੀ ਹੋ ਜਾਏਗਾ। ਜੇ ਹੁਣ ਸਾਰੇ ਨਹੀਂ ਕਰਦੇ, ਕਿਉਂਕਿ ਆਪਾਂ ਤਾਂ ਕਹਿਣਾ ਹੀ ਹੁੰਦਾ ਵੀ ਸਿਮਰਨ ਕਰੋ, ਜੇ ਕੋਈ ਕਰਦਾ ਹੈ ਤਾਂ ਵੀ ਚੰਗਾ। ਹੁਣ ਆਪਾਂ ਵਿਚਾਰਾਂ ਦਾ ਟਕਰਾਅ ਤਾਂ ਕਰਨਾ ਕਿਸੇ ਨਾਲ ਨਹੀਂ ਵੀ ਕਿਉਂ ਨਹੀਂ ਕਰਦੇ, ਕਰੋ। ਕਿਉਂਕਿ ਫਿਰ ਖੇਲ ਹੈ ਪਿਆਰ ਦਾ, ਇਹ ਕੋਈ ਧੱਕੇ ਦਾ ਨਹੀਂ ਹੈ ਵੀ ਅਸੀਂ ਕਿਸੇ ਨੂੰ ਕੋਈ ਧੱਕੇ ਨਾਲ ਨਹੀਂ ਸਿਮਰਨ ਕਰਾ ਸਕਦੇ ਵੀ ਕਾਹਤੋਂ ਨਹੀਂ ਕਰਦਾ ਕਰ। ਇਹ ਤਾਂ ਮਾਲਕ ਹੀ ਕਿਰਪਾ ਕਰੇ ਤੇ ਫਿਰ ਹੀ ਸਿਮਰਨ ਹੁੰਦਾ। ਇਸ ਵਾਸਤੇ ਗੁਰਮੁਖਾਂ ਨੇ ਤਾਂ ਕਹਿਣਾ ਹੀ ਹੁੰਦਾ ਵੀ ਤੁਸੀਂ ਸਿਮਰਨ ਕਰੋ। ਜੇ ਅਸੀਂ ਉਹਨਾਂ ਦੀ ਮੰਨ ਲਾਂਗੇ, ਸਿਮਰਨ ਕਰਨ ਲੱਗ ਜਾਂਗੇ ਤੇ ਸਾਨੂੰ ਹੀ ਸੁੱਖ ਮਿਲਣਾ, ਆਪ ਨੂੰ, ਸਾਡੇ ਮਨ ਨੂੰ ਹੀ ਸ਼ਾਂਤੀ ਆਉਣੀ, ਸਾਡਾ ਹੀ ਕਲਾ ਕਲੇਸ਼ ਮਿਟਣਾ। ਇਸ ਵਾਸਤੇ ਜਿਹੜਾ ਤਾਂ ਕਰੇਗਾ ਉਹਦਾ ਕਲਾ ਕਲੇਸ਼ ਮਿਟ ਜੇਗਾ, ਤੇ ਜਿਹੜਾ ਨਹੀਂ ਕਰਦਾ ਉਹਦਾ ਕਲਾ ਕਲੇਸ਼ ਉਵੇਂ ਹੀ ਰਹਿਣਾ, ਉਹਨੇ ਦੁਖੀ ਰਹਿਣਾ, ਉਹਨੇ ਸ਼ਾਂਤੀ ਰਹਿਣਾ। ਇਸ ਵਾਸਤੇ ਹੁਣ ਆਪੋ ਆਪਣਾ ਇਹ ਸਾਡਾ ਆਪਦੇ ਹੱਥਾਂ ਨਾਲ ਇਹ ਆਪਦਾ ਕਾਰਜ ਆਪ ਹੀ ਸਵਾਰਨਾ, ਕਿਸੇ ਹੋਰ ਨੇ ਨਹੀਂ ਸਵਾਰਨਾ। ਮਹਾਰਾਜ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਬਈ ਹੋਰ ਕਿਸੇ ਨੇ ਨਹੀਂ, ਇਹ ਤਾਂ ਸਾਨੂੰ ਆਪਦੇ ਹੱਥਾਂ ਨਾਲ ਆਪ ਹੀ ਸਵਾਰਨਾ ਪੈਂਦਾ, ਸਾਨੂੰ ਹੀ ਸਿਮਰਨ ਕਰਨਾ ਪਏਗਾ ਆਪ ਹੀ। ਜੇ ਅਸੀਂ ਕਰਾਂਗੇ ਤੇ ਅਸੀਂ ਸੁਖੀ ਹੋ ਜਾਵਾਂਗੇ। ਇਸ ਵਾਸਤੇ ਗੁਰਮੁਖੋ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨ, ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਇਹ ਅਸੀਂ ਸੁਭਾਅ ਬਣਾ ਲੈਣਾ ਵੀ ਸਿਮਰਨ ਨੇ ਜਿਹੜਾ ਸਹਿਜ ਸੁਭਾਈ ਸਾਡਾ ਚੱਲੀ ਜਾਵੇ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾਲ ਨਾਲ ਵਿਚਾਰਨ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਸਾਨੂੰ ਸਮਝ ਲੱਗੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਨਿਤ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਹ ਗਿਆਨ ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਦ੍ਰਿੜ ਹੋ ਜੇ, ਸਾਨੂੰ ਭੁੱਲੇ ਨਾ। ਮਨ ਆਪਣਾ ਭੁੱਲ ਜਾਂਦਾ, ਭੁੱਲਣ ਕਰਕੇ ਇਹ ਦੁਬਦਾ 'ਚ ਜਾਂਦਾ, ਤਾਂਹੀਓ ਵਿਚਾਰਾਂ ਦਾ ਟਕਰਾਅ ਕਰਦਾ, ਤਾਂਹੀਓ ਇਹ ਸਿਮਰਨ ਨਹੀਂ ਕਰਦਾ ਜਦੋਂ ਭੁੱਲ ਜਾਂਦਾ। ਤੇ ਭੁੱਲੇ ਮਨ ਨੂੰ ਫਿਰ ਤਾਂਹੀਓ ਇਹਨੂੰ ਵਾਰ-ਵਾਰ ਚੇਤੇ ਕਰਾਉਂਦੇ ਮਹਾਰਾਜ, ਰਮਾਉਂਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਬਈ ਸਿਮਰਨ ਨਾ ਭੁੱਲੋ, ਚੇਤੇ ਰੱਖੋ ਵੀ ਮਾਨਸ ਜਾਮੇ ਦਾ ਇਹੀ ਲਾਹਾ। ਇਹਦੇ ਵਿੱਚ ਅਸੀਂ ਹੁਣ ਵੱਧ ਤੋਂ ਵੱਧ ਇਹ ਸਿਮਰਨ ਕਰ ਸਕਦੇ, ਭਗਤੀ ਕਰ ਸਕਦੇ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।